ਦੋਸਤੋ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤੁਸੀਂ ਅਸਾਈਲਮ ਸੀਕਰ ਹੋ ਔਰ ਤੁਹਾਡਾ ਅਸਾਈਲਮ ਅਪਰੂਵ ਹੋ ਗਿਆ ਹੈ। ਹੁਣ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਜ਼ਰਾ ਅਮਰੀਕਾ ਤੋਂ ਬਾਹਰ ਕਿਧਰੇ ਯੂਰਪ ਕਿਧਰੇ ਸੈਰ ਕਰਕੇ ਆਵਾਂ, ਤੇ ਤੁਸੀਂ ਬਿਲਕੁਲ ਜਾ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਇੱਕ ਟਰੈਵਲ ਡਾਕੂਮੈਂਟ ਦੀ ਜ਼ਰੂਰਤ ਹੈ। ਬੇਸਿਕਲੀ ਉਹ ਪਾਸਪੋਰਟ ਦਾ ਕੰਮ ਕਰਦਾ ਹੈ, ਸ਼ਕਲ ਵੀ ਉਹਦੀ ਪਾਸਪੋਰਟ ਵਰਗੀ ਹੁੰਦੀ ਹੈ, ਨਾ ਹੈ ਉਹਦਾ ਰੈਫਿਊਜੀ ਟਰੈਵਲ ਡਾਕੂਮੈਂਟ। ਹੁਣ ਇਹ ਡਾਕੂਮੈਂਟ ਯਾਦ ਰੱਖੋ, ਤੁਹਾਡਾ ਅਗਰ ਗ੍ਰੀਨ ਕਾਰਡ ਪੈਂਡਿੰਗ ਹੈ ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਫਿਰ ਵੀ ਤੁਹਾਨੂੰ ਇਸ਼ੂ ਹੋਏਗਾ ਔਰ ਫਿਰ ਵੀ ਤੁਸੀਂ ਟਰੈਵਲ ਕਰ ਸਕਦੇ ਹੋ। ਟੈਨਸ਼ਨ ਨਹੀਂ ਕਿ ਯਾਰ ਮੇਰੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਤੇ ਮੈਂ ਜਾਵਾਂ ਕਿ ਨਾ ਜਾਵਾਂ। ਟਰੈਵਲ ਡਾਕੂਮੈਂਟ ਦਾ ਗ੍ਰੀਨ ਕਾਰਡ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਤੁਸੀਂ ਉਹਨੂੰ ਲੈ ਕੇ ਗ੍ਰੀਨ ਕਾਰਡ ਆਉਣ ਤੋਂ ਪਹਿਲੇ ਵੀ ਟਰੈਵਲ ਕਰ ਸਕਦੇ ਹੋ। ਮੈਂ ਤੁਹਾਨੂੰ ਆਖਰ ਤੱਕ ਪੂਰਾ ਕਿੱਸਾ ਸੁਣਾਵਾਂਗਾ ਬੰਦੇ ਦਾ ਜਿਹੜਾ ਸਾਰਾ ਪ੍ਰੋਸੈਸ ਕਰਕੇ ਆਇਆ ਹੈ। ਹੁਣ ਜਨਾਬ ਆਲਾ ਤੁਸੀਂ ਇਹਦਾ ਤਰੀਕਾ ਕਿ ਇਹਨੂੰ ਅਪਲਾਈ ਕਿਸ ਤਰ੍ਹਾਂ ਕਰਨਾ ਹੈ। ਇਹਦੇ ਵਾਸਤੇ ਇੱਕ ਫਾਰਮ ਹੈ I-131। ਤੁਸੀਂ ਕਹੋਗੇ ਜੀ I-131 ਤੇ ਹੈਗਾ ਰੀ ਐਂਟਰੀ ਪਰਮਿਟ ਵਾਸਤੇ, ਬਿਲਕੁਲ। ਔਰ ਇਹੋ ਹੀ ਫਾਰਮ ਹੈਗਾ ਜਨਾਬ ਟਰੈਵਲ ਡਾਕੂਮੈਂਟ ਵਾਸਤੇ। ਇਹ ਤੁਸੀਂ ਫਿਲ ਕਰਨਾ ਹੈ। ਨਾਲ ਤੁਸੀਂ ਲਾਣੇ ਨੇ ਕਾਗਜ਼ ਆਪਣੇ ਅਸਾਈਲਮ ਅਪਰੂਵਲ ਦੇ, ਨਾਲ ਤੁਸੀਂ ਲਾਣਾ ਜਨਾਬੇ ਵਾਲਾ ਆਪਣਾ ਜਿਹੜਾ ਤੁਸੀਂ 485 ਐਡਜਸਟਮੈਂਟ ਔਰ ਸਟੇਟਸ ਅਪਲਾਈ ਕੀਤਾ ਹੈ, ਗ੍ਰੀਨ ਕਾਰਡ ਅਪਲਾਈ ਕੀਤਾ ਹੈ ਉਹ। ਨਾਲ ਤੁਸੀਂ ਆਪਣੇ ਜਨਾਬ ਕੋਈ ਆਪਣਾ ਲਾਣਾ ਹੈ ਡਰਾਈਵਿੰਗ ਲਾਇਸੈਂਸ ਜਾਂ ID ਜੋ ਵੀ ਤੁਹਾਡੇ ਕੋਲ ਲੱਗੀ ਹੈ, ਇਹ ਚੀਜ਼ਾਂ ਲਾ ਕੇ ਤੁਸੀਂ ਅਪਲਾਈ ਕਰਨਾ ਹੈ। ਔਰ ਜਿੰਨੀ ਦੇਰ ਤੱਕ ਅਪਰੂਵ ਨਾ ਹੋ ਜਾਏ ਉਨੀ ਦੇਰ ਤੱਕ ਨਹੀਂ ਟਰੈਵਲ ਕਰਨਾ। ਐ ਨਹੀਂ ਕਿ ਬਾਇਓਮੈਟ੍ਰਿਕਸ ਹੋ ਗਏ ਨੇ, ਰਸੀਦ ਆ ਗਈ ਜਾਂ ਸਾਡੇ ਕੋਲ ਉਹ ਵਸੂਲੀ ਦੀ ਰਸੀਦ ਆ ਗਈ, ਐਕਨੋਲਜਮੈਂਟ ਦੀ, ਚਲੇ ਜਾਈਏ। ਨਾ 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 ਨਾ, ਜਦੋਂ ਇਹ ਤੁਹਾਡੇ ਹੱਥ 'ਚ ਪਾਸਪੋਰਟ ਆਏਗਾ ਫਿਰ ਤੁਸੀਂ ਟਰੈਵਲ ਕਰਨਾ। ਇੱਥੇ ਇਹ ਬੜੀ ਇੰਪੋਰਟੈਂਟ ਗੱਲ ਹੈ। ਜਦੋਂ ਤੁਹਾਡੇ ਕੋਲ ਆ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਤੁਸੀਂ ਦੋ ਕੰਮ ਕਰਨੇ ਨੇ ਉਸ ਤੋਂ ਬਾਅਦ। ਇੱਕ ਕੰਮ ਹੈ ਕਿ ਦੇਖਣਾ ਕਿ ਕਿਹੜੇ ਮੁਲਕ ਦੇ ਵਿੱਚ ਇਹ ਚੱਲਦਾ ਹੈ, ਕਿਹੜਾ ਮੁਲਕ ਇਹਨੂੰ ਕਬੂਲ ਕਰਦਾ ਹੈ। ਔਰ ਦੂਸਰਾ ਕੰਮ ਇਹ ਦੇਖਣਾ ਕਿ ਕਿਹੜੇ ਮੁਲਕ ਦਾ ਵੀਜ਼ਾ ਫ੍ਰੀ ਹੈ ਇਹਦੇ ਉੱਤੇ, ਯਾਨੀ ਕਿ ਵੀਜ਼ੇ ਦੀ ਜ਼ਰੂਰਤ ਨਹੀਂ। ਤੇ ਯੂਰਪ ਦੇ ਅਕਸਰ ਮੁਲਕ ਇਹਦੇ ਉੱਤੇ ਫ੍ਰੀ ਨੇ, ਉੱਤੇ ਤੁਸੀਂ ਜਾ ਸਕਦੇ ਹੋ। ਉੱਥੇ ਤੁਸੀਂ ਜਨਾਬ ਜਾਣਾ। ਨਾਲ ਯਾਦ ਰੱਖੋ, ਹੁਣ ਮੈਂ ਤੁਹਾਨੂੰ ਵਾਕਿਆ ਸੁਣਾ ਲਗਾ, ਉਹਦੇ ਵਿੱਚ ਵੀ ਇਹਦਾ ਜ਼ਿਕਰ ਹੋਏਗਾ। ਆਪਣੇ ਅਸਾਈਲਮ ਅਪਰੂਵਲ ਦੇ ਡਾਕੂਮੈਂਟ ਨਾਲ ਰੱਖਣੇ ਨੇ ਔਰ ਨਾਲ ਤੁਸੀਂ ਜਿਹੜੀ ਰਸੀਦ ਆਈ ਹੈ ਨਾ ਗ੍ਰੀਨ ਕਾਰਡ ਜਮ੍ਹਾਂ ਕਰਾਉਣ ਦੀ 485 ਦੀ, ਉਹ ਵੀ ਨਾਲ ਰੱਖਣੀ ਹੈ। ਹੁਣ ਨੌਜਵਾਨ ਦਾ ਵਾਕਿਆ ਸੁਣੋ। ਉਹਨਾਂ ਨੇ ਵੀ ਇੰਝ ਹੀ ਕੀਤਾ, ਉਹਨਾਂ ਦਾ ਅਸਾਈਲਮ ਅਪਰੂਵ ਹੋਇਆ, ਗ੍ਰੀਨ ਕਾਰਡ ਉਹਨਾਂ ਨੇ ਅਪਲਾਈ ਕੀਤਾ, ਨਾਲ ਹੀ ਉਹਨਾਂ ਨੇ ਇਹ ਵੀ ਅਪਲਾਈ ਕਰ ਦਿੱਤਾ। ਦੋਵੇਂ ਇਕੱਠੇ ਅਪਲਾਈ ਕੀਤੇ। 15 ਮਹੀਨੇ ਬਾਅਦ ਉਹਨਾਂ ਦਾ ਆਇਆ। 15 ਮਹੀਨੇ ਬਾਅਦ ਉਹਨਾਂ ਨੇ ਜਨਾਬ ਫਿਰ ਇੱਥੇ ਆਪਣਾ ਪੂਰੀ ਰਿਸਰਚ ਕੀਤੀ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਯਾਰ ਹਾਲੈਂਡ ਜਿਹੜਾ ਨਾ ਨੈਦਰਲੈਂਡ, ਉਹ ਬੜਾ ਫਰੈਂਡਲੀ ਹੈ ਰੈਫਿਊਜੀ ਪਾਸਪੋਰਟ ਦੇ ਵਿੱਚ, ਤੇ ਮੈਂ ਨੈਦਰਲੈਂਡ ਚੱਲਣਾ। ਉਹ ਫਿਰ ਨੈਦਰਲੈਂਡ ਗਏ, ਕੋਈ ਵੀਜ਼ੇ ਦੀ ਜ਼ਰੂਰਤ ਨਹੀਂ ਸੀ, ਸੈਰ ਕੀਤੀ, ਵਾਪਸ ਆਏ। ਅਮਰੀਕਨ ਏਅਰਪੋਰਟ ਦੇ ਉੱਤੇ ਉਹਨਾਂ ਕੋਲ ਸਵਾਲ ਹੋਇਆ ਕਿ ਤੁਸੀਂ ਅਪਲਾਈ ਕੀਤਾ ਹੈ ਉਹ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ? ਉਹਨਾਂ ਕਿਹਾ ਜੀ ਬਿਲਕੁਲ ਕੀਤਾ। ਉਹਨਾਂ ਕਿਹਾ ਦਿਖਾਓ ਜੀ। ਉਹਨਾਂ ਨੇ ਫਿਰ ਆਪਣਾ ਉਹ ਦਿਖਾਈ, ਰਸੀਦ ਦਿਖਾਈ, ਨਾਲ ਅਸਾਈਲਮ ਦੇ ਪੇਪਰ ਦਿਖਾਏ। ਉਹਨਾਂ ਕਿਹਾ ਜੀ ਵੈਲਕਮ ਬੈਕ। ਇਹ ਉਹਨਾਂ ਨੇ ਜਨਾਬ ਵਾਲਾ ਉਹਨਾਂ ਨਾਲ ਹੋਇਆ, ਕੋਈ ਮਸਲਾ ਨਹੀਂ ਹੈ। ਉਹਨਾਂ ਫਿਰ ਮੈਨੂੰ ਅਪਰੋਚ ਕੀਤਾ ਕਿ ਜੀ ਤੁਸੀਂ ਇਹ ਵੀਡੀਓ ਬਣਾਓ ਕਿ ਲੋਕੀ ਇਹ ਤੋਂ ਡਰਦੇ ਨੇ। ਔਰ ਵਾਕਈ 95% ਲੋਕ ਇਹਨੂੰ ਯੂਜ਼ ਹੀ ਨਹੀਂ ਕਰਦੇ। ਉਹ ਕਹਿੰਦੇ ਯਾਰ ਕਿਧਰੇ ਫੜੇ ਨਾ ਚਾਹੀਏ। ਸਾਰਾ ਇਨਸਾਨੀ ਨੇਚਰ ਹੈ। ਬੰਦਾ ਕਹਿੰਦਾ ਯਾਰ ਇੰਨੀ ਮੰਜ਼ਿਲ ਪਾਰ ਕਰਕੇ ਆਏ ਆ ਤੇ ਹੁਣ ਕਿਧਰੇ ਇਹ ਛੋਟੀ ਜਿਹੀ ਗਲਤੀ ਤੋਂ ਸਾਡਾ ਮਸਲਾ ਨਾ ਬਣ ਜੇ। ਤੇ ਦੋਸਤੋ ਯਾਦ ਰੱਖੋ, ਇੱਕ ਲੀਗਲ ਤਰੀਕਾ ਹੈ, ਇਹ ਬਣਾਇਆ ਗਿਆ ਤੁਹਾਡੇ ਵਾਸਤੇ ਕਿ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਮਰਜ਼ੀ ਤੁਹਾਡੀ ਆਪਣੀ ਹੈ, ਲੇਕਿਨ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਤੁਸੀਂ ਸੈਰ ਕਰਨ ਜਾ ਸਕਦੇ ਹੋ, ਤੁਸੀਂ ਇਹਨੂੰ ਅਵੇਲ ਕਰ ਸਕਦੇ ਹੋ। ਅਪਰੂਵ ਹੋਣ ਤੋਂ ਪਹਿਲੇ ਨਹੀਂ, ਅਪਰੂਵ ਹੋਣ ਤੋਂ ਬਾਅਦ ਕਰਨਾ ਜੋ ਵੀ ਕਰਨਾ ਹੈ ਜਿਹੜਾ ਤੁਹਾਡਾ ਅਸਾਈਲਮ ਹੈ। ਤੇ ਇੱਕ ਕਾਨੂੰਨੀ ਤਰੀਕਾ ਨੂੰ ਯੂਜ਼ ਕਰੋ, ਇੰਜੋਏ ਕਰੋ। ਜਿਹੜੇ ਮੁਲਕ ਤੁਸੀਂ ਜਾਣਾ ਚਾਹੁੰਦੇ ਹੋ ਸੈਰ ਵਾਸਤੇ, ਉੱਥੇ ਤੁਸੀਂ ਜਾ ਸਕਦੇ ਹੋ। ਤੇ ਅਗਰ ਕੋਈ ਸਵਾਲ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ।